ਵਿਹੜੇ 'ਚ ਪਿਆ ਕੇਲਾ ਤਾਂ ਜਿਹੜਾ ਉਹ ਪੈਰ 'ਚ ਵੱਜਦਾ ਹੁੰਦਾ, ਪਰ ਕੰਧ 'ਤੇ ਤਸਵੀਰ ਟੰਗਣੀ ਹੋਵੇ ਤਾਂ ਫਿਰ ਕਿੱਲ ਦੀ ਲੋੜ ਹੀ ਪੈਂਦੀ ਹੈ। ਸੋ ਇਸ ਵੇਲੇ ਉਸ ਟਕਰਾਅ ਹੋਣਾ ਸ਼ੁਰੂ ਹੋ ਗਿਆ। ਉਹ ਬੜੀ ਮੰਦਭਾਗੀ ਗੱਲ ਆ ਕਿ ਚਾਹੇ ਉਹ ਪੋਲੀਟੀਕਲੀ ਉਹਨਾਂ ਨੂੰ ਡਿਸਪਿਊਟਸ ਪਾ ਕੇ ਅਲੱਗ ਕੀਤਾ ਜਾ ਰਿਹਾ, ਜਾਂ ਜਿਹੜੇ ਉਹਨਾਂ ਦੇ ਲੀਡਰਸ ਆ ਉਹਨਾਂ ਨੂੰ ਬੰਦ ਕਮਰਿਆਂ 'ਚ ਮੀਟਿੰਗਾਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਕਮਲਦੀਪ ਸਿੰਘ। ਅੱਜ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਅਜਿਹੀ ਸ਼ਖਸੀਅਤ ਦੇ ਨਾਲ ਜਿਹਨਾਂ ਦੇ ਉੱਪਰ ਵਾਹਿਗੁਰੂ ਦੀ ਇੰਨੀ ਅਪਾਰ ਕਿਰਪਾ ਕਿ ਉਹ ਬਿਨਾਂ ਬੋਲਿਆਂ ਹੀ ਅਜਿਹੀਆਂ ਗੱਲਾਂ ਕਰ ਦਿੰਦੇ ਜਿਹੜੀ ਕਿ ਬੋਲਣ ਵਾਲੇ ਇਨਸਾਨ ਦੀ ਸੋਚ ਤੇ ਸਮਝ ਤੋਂ ਵੀ ਬਹੁਤ ਪਰੇ ਹੁੰਦੀਆਂ। ਤੇ ਮੈਂ ਗੱਲ ਕਰ ਰਿਹਾ ਵੀਰ ਸਿੰਘ ਭਾਈ ਦੀ। ਬਹੁਤ ਬਹੁਤ ਸਵਾਗਤ ਹੈ ਬਲਦਾ ਪੰਜਾਬੀ। ਥੈਂਕ ਯੂ ਭਾਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਰ। ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ, ਆਪਾਂ ਜਿਹੜੇ ਮੇਨ ਮੁੱਦੇ ਲਈ ਇਕੱਠੇ ਆ ਉਹਦੇ ਤੇ ਵੀ ਆਊਂਗਾ, ਬਟ ਪਹਿਲਾਂ ਮੇਰੇ ਦਿਮਾਗ 'ਚ ਇਹ ਗੱਲ ਹੋ ਰਿਹਾ ਵੀ ਕਿਤੇ ਆਪਣੇ ਮੁਲਕ 'ਚ ਇੱਦਾਂ ਤਾਂ ਨਹੀਂ ਹੋ ਰਿਹਾ ਵੀ ਕੋਈ ਨਾ ਕੋਈ ਮੁੱਦਾ ਛੇੜੀ ਜਾਓ ਇਹ ਜਾਣ ਬੁੱਝ ਕੇ ਹੀ ਛੇੜੇ ਜਾ ਰਿਹਾ। ਹਾਂ, ਇਹ ਕਿਤੇ ਨਾ ਕਿਤੇ ਖਦਸ਼ਾ ਮੈਨੂੰ ਵੀ ਹੈਗਾ। ਮੇਰੀ ਵੀ ਨਿੱਜੀ ਰਾਏ ਇਹਦੇ ਬਾਰੇ ਇਹੀ ਆ, ਕਿਉਂਕਿ ਜਦੋਂ ਵੀ ਕੋਈ ਸਟੇਟ ਧੁਖਦੀ ਹੁੰਦੀ ਆ ਤੇ ਉਹਦੇ ਫਾਇਦੇ ਜਿਹੜੇ ਆ ਉਹ ਸੈਂਟਰ ਨੂੰ ਬਹੁਤ ਮਿਲਦੇ ਆ। ਠੀਕ ਹੈ, ਇਹ ਸਿੱਧੇ ਤੌਰ ਤੇ ਸਮਝ ਲਈ ਜਾਂ ਅਸਿੱਧੇ ਤੌਰ ਤੇ ਸਮਝ ਲਈ, ਇਹ ਕਿਤੇ ਨਾ ਕਿਤੇ ਨਿੱਜੀ ਹਿੱਤਾਂ ਦੀ ਗੱਲ ਆ ਉਹਨਾਂ ਦੇ। ਇਹ ਕੋਈ ਸੈਂਟਰ ਦੇ ਹਿੱਤ ਦੀ ਗੱਲ ਨਹੀਂ, ਇਹ ਆਪਣੀਆਂ ਜੇਬਾਂ ਦੀ ਹਿੱਤ ਦੀ ਗੱਲ ਹੈ। ਠੀਕ ਹੈ ਜੀ, ਕਿਉਂਕਿ ਵਰਲਡ ਬੈਂਕ ਤੋਂ ਇਹਨਾਂ ਦੇ ਕਰਜ਼ੇ ਵੀ ਮਾਫ ਹੋ ਜਾਣੇ, ਇਹਨਾਂ ਚੱਕਰਾਂ ਦੇ ਵਿੱਚ ਹੀ ਬਹੁਤ ਕੁਝ ਕਰ ਲੈਣਾ ਇਹਨਾਂ ਨੇ। ਸੋ ਮੇਰੀ ਬੇਨਤੀ ਇਹ ਆ ਨੌਜਵਾਨ ਵੀਰਾਂ ਨੂੰ ਕਿ ਬੜੇ ਸਿਆਣੇ ਹੱਥੀਂ ਚੱਲਣ ਦੀ ਲੋੜ ਆ ਇਸ ਵੇਲੇ ਹੱਥ ਜਿਹੜਾ ਆ ਉਹ ਕਿਸੇ ਹਥਿਆਰ ਨੂੰ ਨਹੀਂ, ਕਿਤਾਬ ਨੂੰ ਪਹਿਲਾਂ ਪਾਉਣ ਦੀ ਲੋੜ ਹੈ। ਕਿਉਂਕਿ ਅਸੀਂ ਆਪਣੀ ਗੱਲ ਜੇ ਉੱਚੇ ਲੈਵਲ 'ਤੇ ਰੱਖ ਨਾ ਸਕੇ ਤੇ ਫਿਰ ਹਥਿਆਰਾਂ ਨੂੰ ਹੱਥ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਸਾਨੂੰ। ਮੈਂ ਭਾਜੀ ਇਹ ਗੱਲ ਸ਼ੇਅਰ ਕਰਨਾ ਚਾਹੁੰਦਾ। ਅਸੀਂ ਗਏ ਸੀਗੇ ਕਿਸੇ ਧਰਨੇ 'ਤੇ, ਮੈਂ ਨਾਂ ਨਹੀਂ ਲਊਂਗਾ, ਉੱਥੇ ਨੌਜਵਾਨਾਂ ਦੀਆਂ ਗੱਲਾਂ ਸੁਣੀਆਂ, ਮੈਨੂੰ ਤਾਂ ਉੱਥੇ ਨਹੀਂ ਕੁਝ ਕਹਿ ਸਕਿਆ। ਉਹ ਕਹਿ ਰਿਹਾ ਯਾਰ ਜਿਹੜੇ ਕੰਮ ਲਈ ਆਏ ਆ ਆਪਾਂ ਉਹ ਕਰ ਲਈਏ, ਫੇਸਬੁੱਕ 'ਤੇ ਫੋਟੋ ਕਰਾਉਣ ਲਈ ਆਪਾਂ ਆਏ ਆ ਤੇ ਫੋਟੋ ਖਿੱਚ ਕੇ ਪਾ ਲਈਏ। ਠੀਕ ਹੈ ਜੀ, ਮੈਨੂੰ ਲੱਗ ਰਿਹਾ ਵੀ ਕਿਤੇ ਨੌਜਵਾਨ ਹਜੇ ਵੀ ਸੁਚੇਤ ਨਹੀਂ ਹੈਗਾ ਇਸ ਚੀਜ਼ ਨੂੰ ਲੈ ਕੇ। ਇੱਕ ਛੋਟੀ ਜਿਹੀ ਟਿੱਪਣੀ ਹੈ ਵੀਰ ਜੀ ਕਿ ਅਜੇ ਤੱਕ ਨੌਜਵਾਨਾਂ ਨੂੰ ਇਹ ਸੰਘਰਸ਼ ਮੇਲੇ ਵਾਂਗ ਲੱਗ ਰਿਹਾ ਵੀ ਆਏ, ਲੰਗਰ ਖਾਧਾ, ਫੋਟੋਆਂ ਕਰਾਈਆਂ, ਹੁਰਲ ਕੀਤਾ ਤੇ ਚਲੇ ਗਏ। ਪਰ ਇਹ ਸੰਘਰਸ਼ ਨਿੱਤਰੇਗਾ ਉਦੋਂ ਜਦੋਂ ਲੰਬਾ ਚੱਲਿਆ। ਜਦੋਂ ਇਹ ਸੰਘਰਸ਼ 3-4 ਮਹੀਨੇ ਲਈ ਖਿੱਚਿਆ ਗਿਆ ਨਾ, ਫਿਰ ਉਹੀ ਬੰਦੇ ਖੜਨਗੇ ਜਿਹੜੇ ਡੈਡੀਕੇਟਿਡ ਨੇ। ਦੂਜਿਆਂ ਨੇ ਕਹਿਣਾ ਪਿੰਡ ਦਾ ਤਾਂ ਰੋਜ਼ ਦਾ ਕੰਮ ਹੈ, ਹੁਣ ਕਿਹੜਾ ਜਾਵੇ। ਉਹ ਡੈਡੀਕੇਸ਼ਨ ਵਾਲੇ ਬੰਦਿਆਂ ਦੀ ਸਾਨੂੰ ਲੋੜ ਹੈ, ਭਾਵੇਂ 10 ਹੀ ਹੋਣ। ਤੇ ਭਾਜੀ ਕੋਈ ਵੀ ਜੰਗ ਜਿੱਤੀ ਜਾਂਦੀ ਹੈ ਨਾ, ਕੋਈ ਵੀ ਹੁੰਦੀ ਹੈ, ਮਤਲਬ ਇਹ ਵੀ ਇੱਕ ਜੰਗ ਤੋਂ ਘੱਟ ਨਹੀਂ ਆ। ਉਹ ਰਾਜਾ ਜ਼ਰੂਰੀ ਹੁੰਦਾ। ਕਹਿੰਦੇ ਜਦੋਂ ਰਾਜਾ ਮਰ ਜਾਵੇ, ਤਾਂ ਮੈਂ ਵੀ ਪੁੱਛਦਾ ਹੁੰਦਾ ਸੀ ਵੀ ਫਿਲਮ ਦੇਖਣੀ, ਰਾਜਾ ਮਰ ਗਿਆ ਬਾਕੀ ਸੈਨਾ ਤਾਂ ਹੈਗੀ ਲੜ ਲਵੇ, ਬਟ ਕਿਤੇ ਨਾ ਕਿਤੇ ਰਾਜਾ ਕੋਈ ਨਜ਼ਰ ਨਹੀਂ ਆ ਰਿਹਾ। ਪੰਜਾਬ ਦੇ ਵਿੱਚ ਬਹੁਤ ਬੁੱਧੀਜੀਵ ਆ, ਨਾ ਵੀ ਸਾਨੂੰ ਨਾ ਪਤਾ ਹੋਣਗੇ ਇੰਨੇ ਕੁ ਹੋਣਗੇ, ਹੈ ਨਾ। ਆਪਾਂ ਗੱਲ ਕਰੀਏ ਉਹਨਾਂ ਕੋਲ ਕੋਈ ਰਾਹ ਜਾਂ ਕੁਛ ਹੈ ਨਹੀਂ ਵੀ ਆਪਾਂ ਇੱਦਾਂ ਕਰ ਲਈਏ ਜਾਂ ਇੱਦਾਂ ਕਰੀਏ। ਮੈਨੂੰ ਇਹ ਸਮਝ ਨਹੀਂ ਆ ਰਹੀ ਥੋੜ੍ਹੀ ਜਿਹੀ। ਇਹਦੇ 'ਚ ਇੱਕ ਸਿੱਧਾ ਜਿਹਾ ਜਵਾਬ ਆ, ਕਹਿੰਦੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ। ਸੋ ਜਿਹੜੀ ਅਕਾਲ ਪੁਰਖ ਦੀ ਫੌਜ ਹੈ ਉਹ ਹੱਕ ਵਾਸਤੇ ਖੜੀ ਹੁੰਦੀ ਆ, ਤੇ ਉਹਦਾ ਜਿਹੜਾ ਫੈਸਲਾ ਉਹ ਇੱਕ ਰਾਜਾ ਨਹੀਂ, ਉਹ 5 ਕਰਦੇ ਨੇ। ਠੀਕ ਹੈ ਜੀ। ਸੋ ਅਸੀਂ ਵੀ ਇਸ ਵੇਲੇ ਜਥੇਦਾਰ ਸਾਹਿਬ ਵੱਲ ਮੂੰਹ ਚੁੱਕੀ ਦੇਖ ਰਹੇ ਹਾਂ ਕਿ ਕਦੋਂ ਆਪਾਂ ਕੋਈ ਇੱਕ ਫੈਸਲਾ ਲਵਾਂਗੇ ਵੀ ਕਿੱਦਾਂ ਜਥੇਬੰਦੀਆਂ ਨੂੰ ਇਕੱਠੇ ਕਰਨਾ। ਕਿਉਂਕਿ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਤਰਾਸਦੀ ਮੈਨੂੰ ਦਿਸ ਰਹੀ ਹੈ ਕਿ ਜਥੇਬੰਦੀਆਂ ਦਾ ਜਿਹੜਾ ਆਪਸ ਟਕਰਾਅ ਹੋਣਾ ਸ਼ੁਰੂ ਹੋ ਗਿਆ। ਉਹ ਬੜੀ ਮੰਦਭਾਗੀ ਗੱਲ ਆ ਕਿ ਚਾਹੇ ਉਹ ਪੋਲੀਟੀਕਲੀ ਉਹਨਾਂ ਨੂੰ ਡਿਸਪਿਊਟਸ ਪਾ ਕੇ ਅਲੱਗ ਕੀਤਾ ਜਾ ਰਿਹਾ, ਜਾਂ ਜਿਹੜੇ ਉਹਨਾਂ ਦੇ ਲੀਡਰਸ ਆ ਉਹਨਾਂ ਨੂੰ ਬੰਦ ਕਮਰਿਆਂ 'ਚ ਮੀਟਿੰਗਾਂ ਕਰਕੇ ਲਾਲਚ ਦੇ ਕੇ ਜਾਂ ਡਰਾ ਕੇ ਜਾਂ ਕਿਸੇ ਤਰੀਕੇ ਜਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਸ ਚੀਜ਼ ਤੋਂ ਬਚਣ ਦੀ ਲੋੜ ਆ। ਤੇ ਕਿਤੇ ਨਾ ਕਿਤੇ ਦੂਸਰਾ ਖਦਸ਼ਾ ਮੈਨੂੰ ਇਹ ਆ ਕਿ ਜਿੱਦਾਂ ਜਾਟ ਅੰਦੋਲਨ ਦਾ ਅੰਜਾਮ ਹੋਇਆ ਸੀ, ਕਿਸੇ ਉਸ ਲੈਵਲ 'ਤੇ ਇਸ ਸੰਘਰਸ਼ ਨੂੰ ਲੈ ਨਾ ਜਾਣ। ਤੇ ਭਾਜੀ ਇਹ ਨਾ ਸੋਚਿਓ ਵੀ ਮੈਂ ਨੈਗੇਟਿਵ ਕੁਐਸਚਨ ਪੁੱਛ ਰਿਹਾ। ਜੋ ਮੈਨੂੰ ਪਰਸਨਲੀ ਫੀਲ ਹੋ ਰਿਹਾ ਮੈਂ ਉਹ ਗੱਲ ਤੁਹਾਡੇ ਨਾਲ ਕਰੂੰਗਾ, ਕਿਉਂਕਿ ਥੋੜ੍ਹੀ ਬਹੁਤੀ ਫੇਸ ਦੀ ਰੀਡਿੰਗ ਆ ਹਰ ਬੰਦਾ ਕਰ ਲੈਂਦਾ। ਇਹ ਲੋਕੀ ਵੀ ਕਹਿ ਰਹੇ ਆ ਵੀ ਚਾਹੇ ਤੁਸੀਂ ਹੋ, ਚਾਹੇ ਹੋਰ ਕਲਾਕਾਰ ਆ ਜਾਂ ਕੋਈ ਹੋਰ ਆ, ਵੀ ਦਿਲੋਂ ਨਹੀਂ, ਕਈ ਲੋਕਾਂ ਦੀ ਤਾਂ ਮਜਬੂਰੀ ਬਣ ਚੁੱਕੀ ਆ ਕਿ ਸਾਨੂੰ ਧਰਨੇ 'ਚ ਆਉਣਾ ਹੀ ਪੈਣਾ ਆ। ਕਿਉਂਕਿ ਜੇ ਮੈਂ ਪਾਪਾ ਨਾਲ ਗੱਲ ਕਰ ਰਹੀ ਸੀ, ਉਹ ਕਹਿੰਦੇ ਵੀ ਜੇ ਦਿਲੋਂ ਮਤਲਬ ਸੱਚੀ ਇੰਨੇ ਲੋਕ ਜੁੜਨ ਨਾ, ਤਾਂ ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਬੰਦਾ ਜਿੱਤ ਨਹੀਂ ਸਕਦਾ। ਬਿਲਕੁਲ ਠੀਕ ਹੈ ਗੱਲ ਤੁਹਾਡੀ, ਪਰ ਮੈਂ ਇੱਥੇ ਇੱਕ ਗੱਲ ਇਹ ਵੀ ਕਹੂੰਗਾ ਕਿ ਵਿਹੜੇ 'ਚ ਪਿਆ ਕੇਲਾ ਤਾਂ ਜਿਹੜਾ ਉਹ ਪੈਰ 'ਚ ਵੱਜਦਾ ਹੁੰਦਾ, ਪਰ ਕੰਧ 'ਤੇ ਤਸਵੀਰ ਟੰਗਣੀ ਹੋਵੇ ਤਾਂ ਫਿਰ ਕਿੱਲ ਦੀ ਲੋੜ ਹੀ ਪੈਂਦੀ ਹੈ। ਸੋ ਇਸ ਵੇਲੇ ਸਿਆਣੇ ਹੱਥੀਂ ਲੈਣ ਦੀ ਲੋੜ ਹੈ ਚੀਜ਼ਾਂ ਨੂੰ। ਆਪਾਂ ਨੂੰ ਇਹ ਦੇਖਣਾ ਪੈਣਾ ਕਿ ਕਿਹੜਾ ਬੰਦਾ ਕੌਮ ਦੇ ਕਿਹੜੇ ਕੰਮ ਆ ਸਕਦਾ ਹੈ। ਠੀਕ ਹੈ, ਕਈ ਵਾਰੀ ਇਹ ਵੀ ਹੁੰਦਾ ਹੈ ਕਿ ਬਦਮਾਸ਼ ਬੰਦਾ ਵੀ ਕੋਈ ਬਹੁਤ ਚੰਗਾ ਉਪਰਾਲਾ ਕਰਕੇ ਜਾ ਸਕਦਾ ਹੈ। ਸੋ ਇਹ ਸੈਲੀਬ੍ਰੇਟ ਕਰਨ ਦੀ ਗੱਲ ਹੈ ਕਿ ਇਸ ਵੇਲੇ ਐਟਲੀਸਟ ਆਪਾਂ ਇਕੱਠੇ ਤੇ ਹੈਗੇ ਆ, ਚਾਹੇ ਕੋਈ ਨਿੱਜੀ ਹਿੱਤ ਲਈ ਆਇਆ ਆ, ਚਾਹੇ ਕੋਈ ਵੇਖੋ ਵੇਖੀ ਆਇਆ, ਪਰ ਐਟਲੀਸਟ ਇੱਕ ਇਕੱਠ ਤੇ ਹੋਇਆ ਆ। ਉਹ ਇਕੱਠ 'ਚ ਆਊਗਾ ਤੇ 4 ਗੱਲਾਂ ਸੁਣ ਕੇ ਤਾਂ ਜਾਊਗਾ, ਕੁਛ ਨਾ ਕੁਛ ਅਸਰ ਤਾਂ ਲੈ ਕੇ ਜਾਊਗਾ ਨਾਲ। ਤੇ ਜਦੋਂ ਆਪਾਂ ਧਰਨਿਆਂ 'ਤੇ ਵੀ ਜਾਂਦੇ ਆ, ਮੈਂ ਦੇਖਦਾ ਬੁਲਾਰੇ ਆਉਂਦੇ ਆ, ਇੱਕ ਬੁਲਾਰਾ ਆਉਂਦਾ ਬੋਲ ਕੇ ਚੱਲ ਜਾਂਦਾ, ਬੁਲਾਰਾ ਆਉਂਦਾ ਬੋਲ ਕੇ ਚੱਲ ਜਾਂਦਾ, ਬੁਲਾਰਾ ਆਉਂਦਾ ਬੋਲ ਕੇ ਚੱਲ ਜਾਂਦਾ। ਹਾਲੇ ਤੱਕ ਜੋ ਮੈਨੂੰ ਲੱਗਾ ਇਸ ਤੋਂ ਉੱਪਰ ਕੁਛ ਨਹੀਂ ਹੋ ਰਿਹਾ ਵੀਰੇ। ਵੀਰ ਜੀ ਦੇਖੋ, ਇਸ ਤੋਂ ਉੱਪਰ ਕਰਨ ਵਾਸਤੇ ਜਿਹੜਾ ਨਾ ਉਹ ਨੌਲੇਜ ਬਹੁਤ ਜ਼ਰੂਰੀ ਆ, ਉਹ ਰਿਪਰੈਜ਼ੈਂਟੇਸ਼ਨ ਬਹੁਤ ਜ਼ਰੂਰੀ ਆ। ਮੈਂ ਅੱਜ ਤੋਂ ਨਹੀਂ, ਮੈਂ ਪਿਛਲੇ ਕਾਫੀ ਟਾਈਮ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਸਾਨੂੰ ਲੋੜ ਆ ਇਸ ਵੇਲੇ, ਸਾਨੂੰ ਆਪ ਹੀ ਬਣਨਾ ਪੈਣਾ ਆ। ਅਸੀਂ ਇਹੋ ਜਿਹੇ ਨੌਜਵਾਨ ਬਣੇ ਕਿ ਅਸੀਂ ਆਪਣੀ ਗੱਲ ਜਿਹੜੀ ਹੈ ਸਿੱਧੇ ਤੌਰ 'ਤੇ UN ਦੇ ਗਾੜੀ ਰੱਖੀਏ। ਜੇ ਸਾਡੇ ਕਰਜ਼ਿਆਂ ਦਾ ਮਸਲਾ ਸਿੱਧਾ ਅਸੀਂ ਵਰਲਡ ਬੈਂਕ ਦੇ ਗਾੜੀ ਗੱਲ ਕਰਨ ਜੋਗੇ, ਰਿਪਰੈਜ਼ੈਂਟ ਕਰਨ ਜੋਗੀ ਹੋਈਏ ਆਪਣੀ ਕੌਮ ਨੂੰ। ਸਾਡੇ 'ਚ ਰਿਪਰੈਜ਼ੈਂਟੇਟਰ ਬਹੁਤ ਘੱਟ ਨੇ।
ਜਿੱਦਣ ਉਹ ਆ ਗਏ ਉਦੋਂ ਸਾਰੇ ਮਸਲੇ ਹੱਲ ਹੋਣੇ ਸ਼ੁਰੂ ਹੋ ਜਾਣੇ, ਕਿਉਂਕਿ ਇਹ ਕੰਮ ਜਿਹੜਾ ਇਹ ਹਥਿਆਰਾਂ ਨਾਲ ਲੜ ਕੇ ਨਹੀਂ ਕੀਤਾ ਜਾ ਸਕਦਾ, ਇਹ ਜਿੱਦ ਕੇ ਨਹੀਂ ਕੀਤਾ ਜਾ ਸਕਦਾ, ਇਹ ਅਕਲ ਨਾਲ ਕਰਨਾ ਪੈਣਾ, ਅਕਲ ਨਾਲ ਹੀ ਚੱਲਣਾ ਪੈਣਾ। ਔਰ ਉਹਦੇ ਲਈ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਆ, ਉਹਦੇ ਲਈ ਚੰਗੇ ਥਾਂ ਹਾਸਲ ਕਰਨੇ ਬਹੁਤ ਜ਼ਰੂਰੀ ਹੈ, ਚੰਗੀਆਂ ਪੋਸਟਾਂ ਡੈਜ਼ਿਗਨੇਸ਼ਨਸ 'ਤੇ ਬੈਠਣਾ ਬਹੁਤ ਜ਼ਰੂਰੀ ਹੈ। ਇਹ ਭਾਜੀ ਇਹਦਾ ਇਹ ਵੀ ਕਾਰਨ ਹੋ ਸਕਦਾ ਕਿਤੇ ਨਾ ਕਿਤੇ, ਜੇ ਆਪਾਂ ਕਹੀਏ ਵੀ ਇਸ ਚੀਜ਼ ਦੇ ਆਉਣ ਲਈ ਸਾਨੂੰ ਰਾਜਨੀਤੀ 'ਚ ਆਉਣਾ ਪਊਗਾ, ਪਰ ਰਾਜਨੀਤੀ 'ਚ ਮੈਨੂੰ ਲੱਗਦਾ ਵੀ ਜਿਹਦਾ ਮੁੰਡਾ ਜਾਨੀ ਕਿ ਉਹਦੀ ਫੈਮਿਲੀ ਤੱਕ ਹੀ ਕੁਰਸੀ ਮਤਲਬ ਇੱਕ ਪਰਿਵਾਰ ਤੱਕ ਸੀਮਤ ਹੋ ਜਾਂਦੀ ਆ। ਵੀ ਪਰਸਨਲ ਕਿਸੇ ਦੀ ਟਿੱਪਣੀ ਨਹੀਂ ਕਰਦੇ, ਅਸੀਂ ਦੇਖਦੇ ਹਾਂ ਵੀ ਹੁਣ ਕ੍ਰਿਕਟਰ ਆ ਤੋਂ ਆਪਣੇ ਮੁੰਡੇ ਨੂੰ ਖਿਲਾਉਣ ਦੀ ਕੋਸ਼ਿਸ਼ ਕਰਦਾ ਜਾਂ ਕਰਦਾ। ਇੱਦਾਂ ਪੋਲੀਟੀਕਲ ਜੇ ਆਪਾਂ ਗੱਲ ਕਰੀਏ, ਸਾਡੇ ਵਰਗੇ ਬੰਦਿਆਂ ਨੂੰ ਹਰ ਕੋਈ ਸਾਡੀ ਸੋਚ ਹੋ ਗਈ ਯਾਰ ਰਾਜਨੀਤੀ ਬਹੁਤ ਗੰਦੀ ਹੈ, ਇਹ ਵਰਡ ਵਰਤਿਆ ਜਾਂਦਾ, ਫਿਰ ਕਿਵੇਂ ਚੀਜ਼ ਪੋਸੀਬਲ ਆ? ਦੇਖੋ, ਜੇ ਆਪਾਂ ਰਾਜਨੀਤੀ ਆਪਾਂ ਪੜ੍ਹੇ ਲਿਖੇ ਮੁੰਡੇ ਨੂੰ ਪੁੱਛੇ ਨਾ ਵੀ ਤੇਰਾ ਰਾਜਨੀਤੀ ਬਾਰੇ ਕੀ ਖਿਆਲ ਆ, ਤਾਂ ਉਹ ਕਹਿੰਦਾ ਵੀ ਮੈਂ ਰਾਜਨੀਤੀ ਬਾਰੇ ਮੈਂ ਆਉਣਾ ਨਹੀਂ ਚਾਹੁੰਦਾ ਵਿੱਚ ਉਹਦੇ। ਇਹਦਾ ਮਤਲਬ ਅਸੀਂ ਸਿੱਧੇ ਤੌਰ 'ਤੇ ਐਕਸੈਪਟ ਕਰ ਲਿਆ ਕਿ ਰਾਜਨੀਤੀ ਜਿਹੜੀ ਅਨਪੜ੍ਹਾਂ ਦੀ ਹੈ, ਅਤੇ ਅਨਪੜ੍ਹਾਂ ਤੋਂ ਅਸੀਂ ਚੰਗੇ ਫੈਸਲੇ ਜਿਹੜੇ ਆ ਉਹ ਲੈ ਨਹੀਂ ਸਕਦੇ, ਹੈ ਨਾ, ਐਕਸਪੈਕਟ ਵੀ ਨਹੀਂ ਕਰ ਸਕਦੇ। ਸੋ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਗੇਮ ਤਾਂ ਆਪਣੇ ਹੱਥ 'ਚ ਕਰਨੀ ਪਊਗੀ, ਅੱਜ ਨਹੀਂ ਕਰਾਂਗੇ ਤਾਂ ਕੱਲ੍ਹ ਕਰਾਂਗੇ, ਕਰਨੀ ਤਾਂ ਪੈਣੀ ਆ, ਕਿਉਂਕਿ ਜਿਹੜੇ ਅਸੀਂ ਰਿਪਰੈਜ਼ੈਂਟੇਟਿਵ ਸਿਲੈਕਟ ਕਰਕੇ ਭੇਜਦੇ ਹਾਂ ਉੱਥੇ ਅਸੈਂਬਲੀ ਦੇ ਵਿੱਚ, ਉਹ ਜਾ ਕੇ ਸਾਡੇ ਹਿੱਤਾਂ ਦੀ ਗੱਲ ਹੀ ਨਹੀਂ ਕਰਦੇ। ਇੱਕ ਦੋ ਬੰਦੇ ਨੇ ਜਿਹੜੇ ਡਟ ਕੇ ਉੱਥੇ ਮੁਕਾਬਲਾ ਕਰਦੇ ਨੇ, ਬਾਈ ਭਗਵੰਤ ਮਾਨ ਵਰਗੇ, ਵੀ ਜਿਹੜੇ ਉੱਥੇ ਠੋਕ ਕੇ ਗੱਲ ਰੱਖਦੇ ਨੇ ਆਪਣੀ ਵੀ ਹਾਂ ਯਾਰ ਆਹ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ, ਅਸੀਂ ਲੁੱਟੇ ਜਾ ਰਹੇ ਹਾਂ, ਕੁਝ ਕਰੋ ਉਹਦੇ ਬਾਰੇ, ਹੈ ਨਾ। ਪਰ ਦੂਸਰਾ ਮਸਲਾ ਇਹ ਹੈ ਵੀ ਉਹ ਇੱਕ ਦੋ ਬੰਦੇ ਨਹੀਂ ਕਰ ਸਕਦੇ, ਜਿਹੜੇ ਅਸੀਂ ਇੰਨੇ ਮੈਂਬਰਸ ਸਿਲੈਕਟ ਕਰਕੇ ਭੇਜਦੇ ਹਾਂ, ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਅਤੇ ਉਹਨਾਂ ਦੀ ਸਿਲੈਕਸ਼ਨ ਦੇ ਉੱਤੇ ਆਪਾਂ ਥੋੜ੍ਹਾ ਜਿਹਾ ਧਿਆਨ ਦੇਣਾ ਸ਼ੁਰੂ ਕਰੀਏ। ਪਿੰਡਾਂ ਥਾਵਾਂ 'ਤੇ ਮੈਂ ਆਮ ਦੇਖਿਆ, ਕਿਉਂਕਿ ਮੈਂ ਵੀ ਪਿੰਡਾਂ ਦਾ ਰਹਿਣ ਵਾਲਾ, ਆਮ ਦੇਖਿਆ ਕਿ ਸ਼ਰਾਬ ਪਿਆ ਕੇ ਜਿਹੜੀ ਵੋਟ ਖਰੀਦ ਲਈ ਜਾਂਦੀ ਆ। ਸ਼ਰਾਬ ਨਹੀਂ ਹੋਊਗੀ ਤਾਂ ਕੋਈ ਨਸ਼ਾ ਹੋਰ ਹੋਊਗਾ, ਜਾਂ 4 ਕੁ ਪੈਸੇ ਹੋਣਗੇ, ਜਾਂ ਇਹ ਵੀ ਤੇਰਾ ਆਹ ਕੰਮ ਕਰਵਾ ਦਾਂਗੇ। ਅਸੀਂ ਇੰਨਾ ਕੁ ਆਪਣੇ ਨਿੱਜੀ ਹਿੱਤਾਂ ਦੇ ਨਾਲ ਜੁੜੇ ਹੋਏ ਹਾਂ ਕਿ ਅਸੀਂ ਪਿੰਡ ਦਾ ਹੀ ਨਹੀਂ ਸੋਚ ਸਕਦੇ, ਤੇ ਦੇਸ਼ ਦਾ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਭਾਜੀ ਤੁਸੀਂ ਮੈਨੂੰ ਪਹਿਲੀ ਵਾਰ ਮਿਲੇ, ਇਸ ਕਰਕੇ ਥੋੜਾ ਲਾਲਚ ਮੇਰਾ ਵੱਧਦਾ ਜਾ ਰਿਹਾ। ਮੈਂ ਇੱਕ ਬਲਾਤਕਾਰ ਦੇ ਟੌਪਿਕ ਤੁਹਾਡੇ ਨਾਲ ਜ਼ਰੂਰ ਗੱਲ ਕਰਨਾ ਚਾਹੁੰਦਾ। ਅਸੀਂ ਹਾਥਰਸ ਜਿਹੜੀ ਘਟਨਾ ਹੋਈ, 1 ਮਿੰਟ ਉਹਨੂੰ ਸਾਈਡ ਤੇ ਰੱਖਣਾ ਨਹੀਂ ਚਾਹੁੰਦੇ। ਮੈਂ ਕਹਿੰਦਾ ਇਸ ਤੋਂ ਪਹਿਲਾਂ ਬਹੁਤ ਹੋ ਚੁੱਕਿਆ, ਤੇ ਆਪਾਂ ਮੋਮਬੱਤੀਆਂ ਲੈ ਕੇ ਤੁਰ ਪੈਂਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੱਲ ਹੀ ਨਹੀਂ ਹੈਗਾ। ਹੱਲ ਤਾਂ ਵੀਰ ਜੀ ਦੇਖੋ, ਫਿਰ ਮੈਂ ਇਹੀ ਗੱਲ ਕਹੂੰਗਾ ਕਿ ਜਿਹੜੀ ਉੱਪਰਲੀ ਅਸੈਂਬਲੀ ਆ ਉਹਨੂੰ ਚੇਂਜ ਕਰਨਾ ਹੀ ਹੱਲ ਆ। ਜਿਹੜੇ ਬੰਦੇ ਸਾਡੇ ਅਸੀਂ ਡਿਸੀਜਨ ਮੇਕਰਸ ਰੱਖੇ ਆ, ਉਹਨਾਂ ਦਾ ਬਦਲਾਵ ਜ਼ਰੂਰੀ ਆ। ਅਤੇ ਉਹ ਬਦਲਾਵ ਕਿੱਦਾਂ ਆਊਗਾ, ਜਿੱਦਣ ਸਾਡੀ ਜਵਾਨੀ ਬਹੁਤ ਪੜ੍ਹ ਲਿਖ ਗਈ। ਕਿਉਂਕਿ ਅਜੇ ਵੀ ਜਿਹੜੇ ਏਰੀਆਜ਼ ਦੇ ਵਿੱਚ ਤੁਸੀਂ ਦੇਖੋ ਵੀ ਰੇਪ ਦੇ ਜ਼ਿਆਦਾ ਕੇਸਿਸ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜੀ ਆ ਉਹ ਪੜ੍ਹਿਆਂ ਲਿਖਿਆਂ ਦੀ ਗਿਣਤੀ ਬਹੁਤ ਘੱਟ ਆ। ਅਤੇ ਉਹਦੇ ਕਰਕੇ ਕੀ ਹੈ ਕਿ ਅੰਦੋਲਨ ਉੱਠਦੇ ਤਾਂ ਹੈਗੇ ਆ, ਭੀੜਾਂ ਬਣਦੀਆਂ ਤਾਂ ਹੈਗੀਆਂ, ਪਰ ਉਹ ਖਿਲਾਰ ਲਈਆਂ ਜਾਂਦੀਆਂ, ਕਿ ਗੌਰਮੈਂਟ ਨੂੰ ਪਤਾ ਹੈ ਕਿ ਭੀੜ ਇਕੱਠੀ ਕਿੱਦਾਂ ਕਰਨੀ ਹੈ ਅਤੇ ਭੀੜ ਖਿਲਾਰਨੀ ਕਿੱਦਾਂ। ਉਹ ਬਹੁਤ ਸਿਆਣੇ ਨੇ, ਉਹ ਮੈਨੀਪੂਲੇਟ ਕਰਨ 'ਚ ਬੜੇ ਐਕਟਿਵ ਨੇ, ਔਰ ਨੈਸ਼ਨਲ ਮੀਡੀਆ ਤਾਂ ਵੈਸੇ ਹੀ ਉਹਨਾਂ ਦੇ ਹੱਥ ਦੀ ਕਠਪੁਤਲੀ ਬਣ ਚੁੱਕਾ। ਉਹਨਾਂ ਨੂੰ ਪਤਾ ਕਿ ਕਿਹੜੀ ਚੀਜ਼ ਕਿਹਦੇ ਕੋਲੋਂ ਘੁਮਾਉਣੀ ਹੈ, ਕਿੱਦਾਂ ਘੁਮਾਉਣੀ। ਮੈਨੂੰ ਵੀ ਲੱਗਦਾ ਸ਼ਾਇਦ ਜ਼ਰੂਰੀ ਨਹੀਂ, ਮੇਰਾ ਓਪੀਨੀਅਨ ਹੈ, ਮੈਂ ਗਲਤ ਵੀ ਹੋ ਸਕਦਾ, ਵੀ ਜੇ ਰੇਪ ਵਰਗੇ ਕੇਸ ਹੁੰਦੇ ਤਾਂ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹੈ, ਕਿਉਂਕਿ ਆਪਾਂ ਹਰ ਟੌਪਿਕ 'ਤੇ ਤਾਂ ਗੱਲ ਕਰ ਲੈਂਦੇ ਹਾਂ ਵੀ ਆ ਇੱਦਾਂ ਉੱਦਾਂ। ਨਾ ਕੋਈ ਆਪਣਾ ਬਾਪੂ ਆਪਣੇ ਮੁੰਡੇ ਨਾਲ ਮੈਨੂੰ ਲੱਗਦਾ ਹੈ ਵੀ ਗੱਲ ਕਰਦਾ ਹੋਊਗਾ ਵੀ ਆਹ ਚੀਜ਼ ਦੀ ਜ਼ਰੂਰਤ ਹੈ, ਇਹਦੀ ਨਹੀਂ ਹੈ, ਇਹਦੀ ਆ ਉਮਰ ਹੁੰਦੀ ਆ, ਜਾਂ ਆ ਇਹਦਾ ਫਾਇਦਾ ਹੈ, ਨੁਕਸਾਨ ਆ। ਇੱਕ ਛੋਟੀ ਜਿਹੀ ਸਟੋਰੀ ਦੱਸਦਾ ਮੈਂ। ਇੱਕ ਪੰਜਾਬ ਦਾ ਸੀਰੀਅਲ ਕਿਲਰ ਹੋਇਆ ਸੀਗਾ, ਮੇਰੇ ਖਿਆਲ ਉਹਨਾਂ ਦਾ ਨਾਮ ਗੁਰਬਖਸ਼ ਸੀਗਾ, ਮੇਰਾ ਨਾਮ ਦਾ ਭੁਲੇਖਾ ਆ, ਸ਼ਾਇਦ ਮੈਂ ਨਾਮ ਗਲਤ ਵੀ ਲਿਆ ਹੋਵੇ। ਉਹ ਆਰਮੀ ਦੇ ਵਿੱਚ ਕੰਮ ਕਰਦਾ ਸੀ, ਅਤੇ ਕਰਦੇ ਕਰਦੇ ਉਹਦੀ ਉੱਪਰਲੇ ਅਫਸਰ ਦੇ ਨਾਲ ਕੋਈ ਅੜੀ ਪੜੀ ਚੱਲਦੀ ਸੀਗੀ, ਅਤੇ ਉਸ ਅੜੀ ਪੜੀ ਦੇ ਤਹਿਤ ਹੀ ਉਸ ਅਫਸਰ ਨੇ ਕੀ ਕੀਤਾ ਵੀ ਝੂਠਾ ਮੋਲਸਟੇਸ਼ਨ ਦਾ ਕੇਸ ਪਾ ਕੇ ਅਤੇ ਉਹਨੂੰ ਅੰਦਰ ਕਰਾ ਦਿੱਤਾ ਸੀਗਾ। ਉਹਦੀ ਜੌਬ ਵੀ ਜਾਂਦੀ ਰਹੀ, ਅਤੇ ਪਰਿਵਾਰਕ ਤੌਰ 'ਤੇ ਵੀ ਉਹਨੂੰ ਬਹੁਤ ਘਾਟਾ ਪਿਆ ਸੀ, ਕਿਉਂਕਿ ਉਹਦੀ ਵਾਈਫ ਅਤੇ ਬੱਚੇ ਛੱਡ ਕੇ ਚਲੇ ਗਏ ਸੀਗੇ। ਉਸ ਤੋਂ ਬਾਅਦ ਉਹ ਬੰਦਾ ਜਦੋਂ ਜੇਲ੍ਹ ਦੇ ਵਿੱਚ ਰਹਿੰਦਾ, ਅਤੇ ਉਹ ਜੇਲ੍ਹ ਦੇ ਵਿੱਚ ਇਹੋ ਜਿਹੇ ਡਿਪਰੈਸ਼ਨ 'ਚੋਂ ਨਿਕਲਦਾ ਕਿ ਉਹ ਕਮਲਾ ਹੋ ਜਾਂਦਾ, ਅਤੇ ਕਮਲਾ ਹੋਣ ਤੋਂ ਬਾਅਦ 'ਚੋਂ ਕੀ ਕਰਦਾ ਵੀ ਮੋਲਸਟੇਸ਼ਨ ਸ਼ੁਰੂ ਕਰ ਦਿੰਦਾ। ਜਿਹੜੀ ਚੀਜ਼ ਦਾ ਕੇਸ ਪਿਆ ਸੀ ਉਹਦੇ ਉੱਤੇ, ਉਹ ਚੀਜ਼ ਫਿਰ ਉਹ ਕਰਨੀ ਸ਼ੁਰੂ ਕਰਦਾ, ਅਤੇ ਉਹ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਮੋਲਸਟ ਕਰਕੇ ਅਤੇ ਕਿਲ ਕਰ ਦਿੰਦਾ। ਉਹ ਸੀਰੀਅਲ ਕਿਲਰ ਮੁੜ ਕੇ ਫੜਿਆ ਜਾਂਦਾ, ਫਿਰ ਉਹਦੀ ਸਟੋਰੀ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਉਜਾਗਰ ਹੁੰਦੀ ਹੈ। ਸੋ ਉਹਦੇ ਪਿੱਛੇ ਹੁਣ ਕਾਰਨ ਕੀ ਆ, ਉਸ ਬੰਦੇ ਨੂੰ ਉਸ ਹੱਦ ਤੱਕ ਲੈ ਕੇ ਕੌਣ ਗਿਆ, ਉਹ ਕਾਰਨ ਸਭ ਤੋਂ ਪਹਿਲਾਂ ਤੋਂ ਕਾਰਨ ਭੰਨਣਾ ਪਊਗਾ ਵੀ ਇਹ ਜੇ ਲੋਕੀ ਉੱਠਦੇ ਆ ਤੇ ਉੱਠਦੇ ਕਿਤੇ, ਕਿਉਂਕਿ ਇਨਸਾਨ ਤਾਂ ਮੇਰੇ ਤੁਹਾਡੇ ਵਰਗੇ ਹੀ ਹੁੰਦੇ ਆ, ਪਰ ਉਹਨਾਂ ਦੀ ਜ਼ਹਿਨੀ ਹਾਲਤ ਕੀ ਆ, ਉਹਨਾਂ ਨੂੰ ਕਿਸ ਹੱਦ ਤੱਕ ਪੁਸ਼ ਕੀਤਾ ਗਿਆ ਹੈ, ਇਹ ਚੀਜ਼ ਬਹੁਤ ਮੈਟਰ ਕਰਦੀ। ਕਿਉਂਕਿ ਕਈ ਵਾਰੀ ਕੀ ਹੁੰਦਾ, ਤੁਸੀਂ ਕੋਈ ਜੇ ਮੇਰੇ ਘਰੇ ਮੰਨ ਲਓ ਕੋਈ ਇੱਕ ਮੁੰਡਾ ਕੰਮ ਕਰਦਾ, ਅਤੇ ਮੈਂ ਉਹਨੂੰ ਬਾਰ-ਬਾਰ ਕਰੀ ਜਾਵਾਂ ਵੀ ਤੂੰ ਇਸ ਤਰ੍ਹਾਂ ਬਹਿ, ਐਂ ਕਰ, ਇੱਦਾਂ ਕਰ, ਉਹਦੇ ਮਨ 'ਚ ਮੇਰੇ ਪ੍ਰਤੀ ਨਫ਼ਰਤ ਆ। ਅਤੇ ਉਹ ਨਫ਼ਰਤ ਹੋ ਸਕਦਾ ਕਿ ਮੇਰੀ ਵਾਈਫ 'ਤੇ ਨਿਕਲੇ, ਹੋ ਸਕਦਾ ਉਹ ਨਫ਼ਰਤ ਮੇਰੀ ਬੱਚੀ 'ਤੇ ਨਿਕਲੇ, ਜਾਂ ਮੇਰੀ ਮਾਂ 'ਤੇ ਮੇਰੀ ਭੈਣ 'ਤੇ ਨਿਕਲੇ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਆ ਕਿ ਉਹ ਇੱਕ ਜਿਹੜੀ ਹਾਰਮਨੀ ਆ ਸਮਾਜ ਦੇ ਵਿੱਚ, ਉਹ ਕਿੱਦਾਂ ਬਣਾ ਕੇ ਰੱਖਣੀ। ਭਾਜੀ ਮੇਰੇ ਜੋ ਲਾਸਟ ਕੁਐਸਚਨ ਇਹ ਕਹਿ ਰਿਹਾ, ਮੈਨੂੰ ਲੱਗਦਾ ਵੀ ਇਹਨਾਂ ਚਾਹੇ ਰੇਪ ਆ, ਚਾਹੇ ਕੋਈ ਹੋਰ ਵੀ ਚੀਜ਼ ਹੁੰਦੀ ਆ, ਇਹ ਸਾਰਿਆਂ ਦਾ ਕੰਟਰੋਲ ਇੱਕ ਹੈਗਾ ਸੈਲਫ ਕੰਟਰੋਲ। ਕਿਤੇ ਵੀ ਆਪਾਂ ਗੱਲ ਕਰ ਲਈਏ, ਇਹ ਸੈਲਫ ਕੰਟਰੋਲ ਕਰਨਾ ਬਹੁਤ ਔਖਾ ਆ। ਤੁਹਾਡੇ ਅਕੋਰਡਿੰਗ ਵੀ ਜੇ ਕੋਈ ਕਰਨਾ ਚਾਹੇ ਆਪਣੇ ਆਪ 'ਤੇ, ਉਹਨੂੰ ਕੀ ਕਰਨਾ ਚਾਹੀਦਾ? ਸੈਲਫ ਕੰਟਰੋਲ ਦੇ ਕੀ ਰਾਸਤੇ ਆ? ਗੁਰਬਾਣੀ ਬਹੁਤ ਸਿੱਧਾ ਕਹਿੰਦੀ ਹੈ, ਜੋਰ ਨਾ ਜੁਗਤੀ ਛੁੱਟਿਆ ਸੰਸਾਰ। ਜੁਗਤ ਹੈ,
ਜੁਗਤ ਕੀ ਹੈ। ਜੇ ਤੁਸੀਂ ਆਪਣੇ ਆਪ ਨੂੰ ਕਹੋ ਵੀ ਮੈਂ ਆ ਚੀਜ਼ ਛੱਡ ਲੂੰਗਾ, ਜਿੱਦਾਂ ਐਗਜ਼ਾਮਪਲ ਦਿੰਦਾ, ਮੈਂ ਕਿਸੇ ਨੂੰ ਭੁੱਲਣਾ ਚਾਹੁੰਦਾ ਤੇ ਮੈਂ ਕਹਾਂ ਮੈਂ ਤੈਨੂੰ ਭੁੱਲ ਗਿਆ, ਪਰ ਮੈਂ ਤੈਨੂੰ ਤਾਂ ਕਹਿ ਹੀ ਰਿਹਾ ਨਾ, ਤੇ ਮੈਂ ਭੁੱਲ ਨਹੀਂ ਰਿਹਾ ਹੈਗਾ, ਉਹਦੀ ਜੁਗਤ ਕੀ ਹੈ। ਉਹ ਹਰ ਇੰਡੀਵਿਜੂਅਲ ਦੇ ਹਿਸਾਬ ਨਾਲ ਉਹ ਜੁਗਤ ਅੱਡੋ ਅੱਡ ਹੈ। ਉਹ ਜੁਗਤ ਪਛਾਣਨੀ ਸਿੱਖ ਜਾਈਏ ਤਾਂ ਆਪਾਂ ਆਪਣੇ ਮਾਈਂਡ ਤੋਂ ਬੜੇ ਸੋਹਣੇ ਹੌਲੇ ਹੋ ਜਾਵਾਂਗੇ। ਐ ਸ਼ਾਮ ਨੂੰ ਨੀਂਦ ਵੇਖਿਓ ਕਿੱਦਾਂ ਆਉਂਦੀ ਤੁਹਾਨੂੰ। ਤੇ ਲਾਸਟ ਵਿੱਚ ਮੈਂ ਇਹੀ ਪੁੱਛਣਾ ਚਾਹੁੰਦਾ, ਤੁਸੀਂ ਹੁਣ ਇਸ ਸੰਘਰਸ਼ ਨੂੰ ਕਿੱਥੇ ਦੇਖਦੇ ਹੋ ਵੀ ਜਿੱਥੋਂ ਸ਼ੁਰੂ ਹੋਇਆ ਸੀ ਕੁਛ ਨਾ ਕੁਛ ਉਦੋਂ ਅੱਗੇ ਤੁਰਿਆ, ਜਾਂ ਹਾਲੇ ਉੱਥੇ ਹੀ ਖੜਾ ਆ, ਜਾਂ ਕਿੱਧਰ ਨੂੰ ਇਹਦਾ ਪੱਖ ਹੁਣ ਜਾ ਰਿਹਾ ਹੈ? ਦੇਖੋ ਜਿਹੜੀਆਂ ਮੀਟਿੰਗਸ ਹੋ ਰਹੀਆਂ, ਕਾਨਫਰੰਸਾਂ ਹੋ ਰਹੀਆਂ, ਉਹ ਤੋਂ ਇੱਕ ਗੱਲ ਤਾਂ ਜ਼ਾਹਿਰ ਆ ਕਿ ਸੰਘਰਸ਼ ਜਿਹੜਾ ਹੈ ਉਹ ਇਸ ਵੇਲੇ ਵੱਡੇ ਲੈਵਲ 'ਤੇ ਤਾਂ ਪਹੁੰਚ ਗਿਆ ਹੈ, ਪਰ ਨਾਲ ਦੇ ਨਾਲ ਖਦਸ਼ਾ ਇਸ ਗੱਲ ਦਾ ਆ, ਡਰ ਇਸ ਗੱਲ ਦਾ ਆ ਕਿ ਇਸ ਸੰਘਰਸ਼ ਨੂੰ ਤੋੜਨ ਵਾਸਤੇ ਕੁਛ ਵੀ ਕਰੇਗੀ ਗੌਰਮੈਂਟ, ਅਸੀਂ ਉਹ ਤੋਂ ਕਿੱਦਾਂ ਬਚਣਾ, ਅਸੀਂ ਇਕਜੁੱਟ ਹੋ ਕੇ ਕਿੱਦਾਂ ਰਹਿਣਾ, ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਕਿੱਦਾਂ ਚੱਲਣਾ। ਜਿਹੜੇ ਦੋ ਬਿਲਕੁਲ ਐਂਟੀ ਗਰੁੱਪਸ ਵੀ ਆ, ਐਗਜ਼ਾਮਪਲ ਦਿੰਦਾ ਕਿ ਜੇ ਦੋ ਭਰਾਵਾਂ ਦੀ ਆਪਸ ਨਹੀਂ ਵੀ ਬਣਦੀ, ਪਰ ਤੀਜਾ ਬਗਾਨਾ ਬੰਦਾ ਆ ਕੇ ਆਖੇ ਇੱਕ ਭਰਾ ਨੂੰ ਗਾਲ ਕੱਢਦੇ ਤੇ ਦੋਵੇਂ ਇਕੱਠੇ ਹੋ ਜਾਂਦੇ ਆ। ਇਸ ਵੇਲੇ ਉਹ ਮਸਲਾ ਹੈ ਕਿ ਅਸੀਂ ਆਪਸੀ ਜਿਹੜੇ ਵਿਤਕਰੇ ਆ ਉਹਨਾਂ ਨੂੰ ਭੁੱਲ ਕੇ ਤੇ ਇਕੱਠੇ ਹੋ ਕੇ ਉਹ ਗੱਲ ਕਰੀਏ ਵੀ ਹਾਂ ਤੁਸੀਂ ਇੱਧਰ ਦੇਖਿਆ ਤਾਂ ਦੇਖਿਆ ਕਿੱਦਾਂ। ਤੇ ਸਰ ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਸ਼ੁਕਰੀਆ, ਥੈਂਕ ਯੂ।